ਅਗਮ ਬਾਣੀ यूट्यूब चैनल ਵੇਖਣ ਵਾਲੇ ਸਾਰੇ ਸਰੋਤੇ और ਅੱਜ ਅਸੀਂ बहुत ही सत्कारयोग श्रीमान संत बाबा तेजा सिंह जी गुरुसर खोडरा ਹੁਸ਼ਿਆਰਪੁਰ ਜ਼ਿਲ੍ਹਾ ਉੱਥੇ ਪਹੁੰਚੇ ਹਾਂ। संत महाराज ਦੇ ਨਾਲ ਅੱਜ ਵਿਚਾਰਾਂ ਦੀ ਸਾਂਝ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੀਓ ਆਇਆਂ ਆਖ ਲਈਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅਸਥਾਨ ਹੈ ਜਿਸ ਨੂੰ ਧਰਮਸ਼ਾਲਾ ਜੋੜੀਆਂ ਢਾਬਾਂ ਕਿਹਾ ਜਾਂਦਾ, ਇਸ ਸਥਾਨ 'ਤੇ ਆਏ ਹਾਂ ਜਿਸ ਨੂੰ ਮੌਜੂਦਾ ਸਮੇਂ ਦੇ ਵਿੱਚ ਡੇਰਾ ਗੁਰੂਸਰ ਖੁੱਡਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਇਸ ਸਥਾਨ ਦੇ ਇਤਿਹਾਸ ਬਾਰੇ, ਇਸ ਸਥਾਨ ਦੇ ਜੋ ਨਿਯਮ ਨੇ ਉਹਨਾਂ ਬਾਰੇ ਔਰ ਇਸ ਸਥਾਨ ਦਾ ਸਮਾਜ ਦੇ ਪ੍ਰਤੀ, ਲੋਕਾਂ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ ਜਿਹੜੀ ਦੇਣ ਹੈ ਉਹਦੇ ਬਾਰੇ ਅੱਜ ਆਪਾਂ ਮਹਾਰਾਜ ਦੇ ਨਾਲ, ਸੰਤ ਮਹਾਰਾਜ ਨਾਲ ਗੱਲ ਕਰਾਂਗੇ। ਇਸ ਸਥਾਨ ਦੇ ਇਤਿਹਾਸ ਬਾਰੇ, ਇਹ ਸਥਾਨ ਜਿਹੜਾ ਹੈ ਕਦੋਂ ਹੋਂਦ ਵਿੱਚ ਆਇਆ, ਕਿਹੜੇ ਸੰਨ ਵਿੱਚ ਇਸ ਸਥਾਨ 'ਤੇ ਕਿਹੜੇ ਮਹਾਂਪੁਰਸ਼ ਪਹਿਲਾਂ ਆਏ। ਨਿਰਮਲ ਇਤਿਹਾਸ ਦੇ ਮੁਤਾਬਕ ਇਹ ਸਥਾਨ ਜਿਹੜਾ ਲਗਭਗ 1873 72 ਦੇ ਨੇੜੇ ਤੇੜੇ ਹੋਂਦ ਵਿੱਚ ਆਇਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ 1699 ਵਿੱਚ ਅੰਮ੍ਰਿਤਪਾਨ ਕਰਵਾਇਆ ਔਰ ਪੰਜਾਂ ਪਿਆਰਿਆਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਿੱਖ ਸੇਵਕਾਂ ਨੇ ਛਕਿਆ, ਜਿਹਦੇ ਵਿੱਚ ਸੰਤ ਬਾਬਾ ਨੱਥਾ ਸਿੰਘ ਨੇ ਅੰਮ੍ਰਿਤਪਾਨ ਕੀਤਾ। ਉਦੋਂ ਸ਼੍ਰਿੰਖਲਾ ਚੱਲੀ। ਸੰਤ ਬਾਬਾ ਨੱਥਾ ਸਿੰਘ ਜੀ ਦੇ ਸੇਵਕ ਹੋਏ ਸੰਤ ਬਾਬਾ ਸੰਪੂਰਨ ਸਿੰਘ ਜੀ, ਜਿਹੜੇ ਸੋਢੀ ਘਰਾਣੇ ਨਾਲ ਸੰਬੰਧਿਤ ਸਨ ਔਰ ਲੰਬਾ ਸਮਾਂ 103 ਸਾਲ ਉਹਨਾਂ ਨੇ ਜੀਵਨ ਬਤੀਤ ਕੀਤਾ। ਕੁਰੂਕਸ਼ੇਤਰ ਵਿੱਚ ਉਹਨਾਂ ਦਾ ਸਥਾਨ ਜਿਹੜਾ ਅੰਤਮ ਸੰਸਕਾਰ ਹੋਇਆ ਉਹਨਾਂ ਦਾ। ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਬਹੁਤ ਸਾਰੇ ਚੇਲੇ ਸਨ, ਪਰ ਉਹਨਾਂ ਵਿੱਚੋਂ ਠਾਕਰ ਮੋਹਰ ਸਿੰਘ, ਜਿਹੜੇ ਉਸ ਵੇਲੇ ਕਮਰ ਬੰਨ੍ਹ ਕੇ ਰੱਖਦੇ ਸੀ ਔਰ ਘੱਟ ਵੱਧ ਹੋਣ ਕਰਕੇ ਉਹਨਾਂ ਦਾ ਜਿਹੜਾ ਨਾਮ ਕਟਾਈ ਪਿਆ। ਔਰ ਇਹਨਾਂ ਦੇ ਚੇਲੇ, ਸਹਿਯੋਗ ਚੇਲੇ ਸੰਤ ਬਸੰਤ ਸਿੰਘ ਜੀ ਹੋਏ, ਜਿਨ੍ਹਾਂ ਨੇ ਜ਼ਮੀਨ ਖਰੀਦ ਕੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਡੇਰਾ ਅੰਤਰਜਾਮੀ ਕਾਇਮ ਕੀਤਾ। ਪਰ ਪਹਿਲਾਂ ਡੇਰਾ ਨਾਮ ਨਿਰਮਲਿਆਂ ਦੇ ਆਸਣ 'ਤੇ ਸੀ, ਪਰੰਤੂ ਬਾਅਦ ਵਿੱਚ ਜਿਹੜੇ ਇਹਨਾਂ ਦੇ ਸ਼ਿਸ਼ ਸੰਤ ਬਾਬਾ ਦਸਵੰਤ ਸਿੰਘ ਜੀ ਹੋਏ, ਉਹਨਾਂ ਨੂੰ ਅੰਤਰਜਾਮਤਾ ਪ੍ਰਾਪਤ ਹੋ ਗਈ, ਸ਼ਬਦ ਸਿੱਧੀ ਹੋ ਗਈ ਔਰ ਉਹਨਾਂ ਕਰਕੇ ਉਸ ਸਥਾਨ ਦਾ ਨਾਮ ਡੇਰਾ ਅੰਤਰਜਾਮੀ ਪਿਆ। ਅੰਤਰਜਾਮੀ ਡੇਰੇ ਵਿੱਚੋਂ ਹੀ ਸੰਤ ਬਾਬਾ ਠਾਕਰ ਮੋਹਰ ਸਿੰਘ ਜੀ, ਇਹ ਜਿਹੜੇ ਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਣ ਕੇ ਇੱਕ ਬੇਆਵਾਜ਼ ਮਸੀਤ ਵਿੱਚ ਰਹੇ ਔਰ ਜਿੱਥੇ ਕਿਹਾ ਜਾਂਦਾ ਸੀ ਵੀ ਕੋਈ ਇੱਥੇ ਉਹ ਦੇ ਰਹਿੰਦਾ, ਦੈਂਤ ਰਹਿੰਦਾ ਤਾਂ ਉਹ ਖਾ ਜਾਂਦਾ ਬੰਦਿਆਂ ਨੂੰ। ਪਰ ਸੰਤ ਬਾਬਾ ਮੋਹਰ ਸਿੰਘ ਜੀ ਜਦੋਂ ਆਣ ਕੇ ਉਸ ਝਿੜੀ ਵਿੱਚ ਬੈਠੇ, ਬੇਆਵਾਜ਼ ਮਸੀਤ 'ਚ ਬੈਠੇ, ਤਾਂ ਉਹ ਲੋਕਾਂ ਨੇ ਕਿਹਾ ਸਵੇਰ ਨੂੰ ਦੇਖਿਆ ਵੀ ਸੰਤਾਂ ਨੂੰ ਪੂਰੇ ਹੋ ਗਏ ਨੇ, ਪਰ ਸੰਤ ਮਹਾਰਾਜ ਬੈਠੇ ਚੌਂਕੜੀ ਮਾਰ ਕੇ ਬੰਦਗੀ ਕਰ ਰਹੇ ਸੀ। ਉਹ ਜਿਹੜੀ ਮਸੀਤ ਸੀਗੀ ਉਹ ਸਰ ਸਬਜ਼ ਹੋ ਗਈ, ਲੋਕ ਆਉਣ ਲੱਗ ਪਏ, ਸੰਗਤਾਂ ਇਕੱਠੀਆਂ ਹੋਣ ਲੱਗ ਪਈਆਂ। ਮਹਾਂਪੁਰਸ਼ ਜਿਹੜੇ ਸੀ ਉਹਨਾਂ ਨੂੰ ਗੁਰਬਾਣੀ, ਗੁਰ ਇਤਿਹਾਸ ਦੀ ਵਿੱਦਿਆ ਦੇਣ ਲੱਗੇ। ਇਸ ਤਰ੍ਹਾਂ ਉਸ ਮਸੀਤ ਦਾ ਨਾਂ ਮਸਤਗੜ੍ਹ ਪੈ ਗਿਆ। ਮਸਤਗੜ੍ਹ ਠਾਕਰ ਬਾਬਾ ਮੋਹਰ ਸਿੰਘ ਦੇ ਸੇਵਕ ਹੋਏ ਸੰਤ ਬਾਬਾ ਬੂਟਾ ਸਿੰਘ ਜੀ, ਉਹ ਭ੍ਰਮਣ ਕਰਦੇ ਹੋਏ ਇਸ ਸਥਾਨ 'ਤੇ, ਜਦੋਂ ਕਿ ਕਿਸੇ ਸਮੇਂ ਵਿੱਚ ਇੱਥੇ ਬਿਆਸ ਦਰਿਆ ਵਗਦਾ ਸੀ, ਉਹਦੇ ਨਾਲ ਦੋ ਬੜੀਆਂ ਬੜੀਆਂ ਢਾਬਾਂ, ਯਾਨੀ ਬੜੇ ਬੜੇ ਡੂੰਘੇ ਟੋਏ ਪਾਣੀ ਦੇ ਬਣੇ ਹੋਏ ਸਨ ਔਰ ਮਹਾਰਾਜ ਦੱਸਦੇ ਸੀ ਵੀ ਪਾਣੀ ਨੀਲਾ ਸੀ, ਬਹੁਤ ਡੂੰਘਾ ਸੀ। ਅਤੇ ਉਹ ਢਾਬਾਂ ਦੇ ਕੰਢੇ ਆਣ ਕੇ ਪਾਣੀ ਦੀ ਆਸਰਤ ਬਾਬਾ ਬੂਟਾ ਸਿੰਘ ਜੀ ਬੈਠੇ, ਲਗਭਗ 1873 74 ਦੇ ਨੇੜੇ ਤੇੜੇ। 1873 ਦੇ ਵਿੱਚ ਇਸ ਸਥਾਨ ਦਾ ਜਿਹੜਾ ਲਗਭਗ ਅੰਦਾਜ਼ਾ ਆਗਾਜ਼ ਹੋਇਆ। ਅੱਛਾ, ਹਾਂਜੀ, ਰਮਤਾ ਹੋਈ। ਬਾਬਾ ਬੂਟਾ ਸਿੰਘ ਜੀ ਦੇ ਸੇਵਕ ਹੋਏ ਬਾਬਾ ਹੀਰਾ ਸਿੰਘ ਜੀ। ਬਾਬਾ ਬੂਟਾ ਸਿੰਘ ਜੀ ਹਰਸੀ ਪਿੰਡ ਨਾਲ ਸੰਬੰਧ ਰੱਖਦੇ ਸੀ ਔਰ ਜ਼ਿਮੀਂਦਾਰ ਪਰਿਵਾਰ 'ਚੋਂ ਸੀ। ਫਿਰ ਉਹਨਾਂ ਦੇ ਬਾਬਾ ਹੀਰਾ ਸਿੰਘ ਜੀ ਸੇਵਕ ਹੋਏ, ਜਿਹੜੇ ਖੁੱਡੇ ਪਿੰਡ ਨਾਲ ਹੀ ਸੰਬੰਧ ਰੱਖਦੇ ਸੀ ਔਰ ਮਿਸਤਰੀ ਖਾਨਦਾਨ ਦੇ ਵਿੱਚੋਂ ਸਨ। ਬਾਬਾ ਹੀਰਾ ਸਿੰਘ ਜੀ ਦੇ ਦੋ ਅਨੰਦ ਸੇਵਕ ਹੋਏ, ਜਿਨ੍ਹਾਂ ਵਿੱਚੋਂ ਮਹੰਤ ਹਮੀਦ ਸਿੰਘ ਜੀ, ਉਹ ਖੁੱਡੇ ਨਾਲ ਸੰਬੰਧ ਰੱਖਦੇ ਸੀ। ਮਹੰਤ ਗਣੇਸ਼ਾ ਸਿੰਘ ਜੀ, ਜਿਹੜੇ
निर्मल भेख ਵਿੱਚ ਬਹੁਤ ਆਪਣਾ ਬੜਾ ਅੱਛਾ ਸਥਾਨ ਰੱਖਦੇ ਨੇ, ਵਿਦਵਾਨ ਸੀ, ਉਹਨਾਂ ਦਾ ਨਾਮ ਹੈ। ਉਹ ਰਲਣ ਪਿੰਡ ਦੇ ਸਨ ਔਰ ਇਹ ਜਿਹੜੀ ਧਰਮਸ਼ਾਲਾ ਜੌੜੀਆਂ ਢਾਬਾਂ ਦੇ ਕਿਨਾਰੇ ਹੋਣ ਕਰਕੇ ਇਹਦਾ ਨਾਂ ਧਰਮਸ਼ਾਲਾ ਜੌੜੀਆਂ ਢਾਬਾ ਪਿਆ। ਅੱਜ ਵੀ ਇਹ ਵਸੀਮੇ ਦੇ ਉੱਤੇ ਸੀਮਤ ਹੈ ਔਰ ਇਸ ਦੇ ਨਾਂ ਕੋਈ ਜ਼ਮੀਨ ਕੋਈ ਕੁਛ ਨਹੀਂ ਸੀਗਾ, ਬਲਕਿ ਵਸੀਮੇ ਦੇ ਉੱਤੇ ਹੀ ਟਿਕੀ ਹੋਈ ਬਣੀ ਹੋਈ ਸੀ। ਤੋ ਇਸ ਬਾਬਾ ਹੀਰਾ ਸਿੰਘ ਤੋਂ ਬਾਅਦ ਵਿੱਚ ਇਸ ਸਥਾਨ ਦੇ ਮੁਖੀ ਬਣੇ ਸੰਤ ਬਾਬਾ ਹਮੀਰ ਸਿੰਘ ਜੀ ਔਰ ਉਹ ਬੜੇ ਕਰਮਯੋਗੀ ਜੋਗੀ ਪੁਰਸ਼ ਸੀ, ਆਰਾਧਨਾ ਕਰਨ ਵਾਲੇ, ਕਠਨ ਤਪੱਸਿਆ ਕਰਨ ਵਾਲੇ, ਦੁਆ ਦਾਰੂ ਦੇਣ ਵਾਲੇ, ਬੱਚਿਆਂ ਨੂੰ ਵਿੱਦਿਆ ਪੜ੍ਹਾਉਣ ਵਾਲੇ, ਮੰਡਲੀ ਲੈ ਕੇ ਤਾਂ ਉਹ ਗੁਰਮਤਿ ਦਾ ਵੇਦਾਂਤ ਦਾ ਪਠਨ ਪਾਠਨ ਕਰਾਉਣ ਵਾਲੇ ਸਨ। ਇਹਨਾਂ ਦੇ ਗੁਰੂ ਭਾਈ ਸੰਤ ਗਣੇਸ਼ਾ ਸਿੰਘ ਮਹਾਰਾਜ ਉਹ ਪੰਡਤ ਤਾਰਾ ਸਿੰਘ ਤਰਨ ਵਾਲੇ ਕੋਲ ਵਿੱਦਿਆ ਪੜ੍ਹਦੇ ਰਹੇ। ਫਿਰ ਲਾਹੌਰ ਵਿੱਚ ਕੁਝ ਚਿਰ ਅੰਗਰੇਜ਼ੀ ਵਗੈਰਾ ਉਹ ਵੀ ਉਹਨਾਂ ਨੇ ਸਿੱਖੀ ਪੜ੍ਹੀ। ਉਸ ਤੋਂ ਬਾਅਦ ਫਿਰ ਉਹ ਅਖਾੜੇ ਵਿੱਚ ਚਲੇ ਗਏ, ਦੇਸ਼ ਭ੍ਰਮਣ ਕੀਤਾ ਅਤੇ ਕੁਝ ਸਮਾਂ ਉਹ ਏਕੜ ਪਿੰਡ ਹਰਿਦੁਆਰ ਦੇ ਉਹ ਮੰਤ ਰਹੇ। ਬਾਅਦ ਵਿੱਚ ਉਹਨਾਂ ਨੂੰ 20 ਸਾਲ ਤੱਕ ਉਹ ਨਿਰਮਲ ਪੰਚਾਇਤੀ ਅਖਾੜਾ ਕਾਨਖਾਨਾ ਹਰਿਦੁਆਰ ਦੇ ਜਨਰਲ ਸਕੱਤਰ ਰਹੇ। 20 ਸਾਲ ਤੋਂ ਬਾਅਦ ਉਹ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਆ ਗਏ। ਇੱਥੇ ਆਣ ਕੇ ਉਹਨਾਂ ਨੇ ਜਿੰਨੇ ਵੀ ਰਾਜ ਦਰਬਾਰ ਦੇ ਬੱਚੇ ਸੀ ਉਹਨਾਂ ਨੂੰ ਗੁਰਮਤਿ, ਗੁਰਮੁਖੀ, ਗੁਰਬਾਣੀ ਪੜ੍ਹਾਈ ਔਰ ਮਹਾਰਾਜਾ ਦੇ ਦਰਬਾਰ ਵਿੱਚ ਸੰਪੜ ਪਾਠ ਚੱਲਦਾ ਸੀ, ਉਹ ਉਹਦਾ ਇੰਤਜ਼ਾਮ ਕਰਦੇ ਸੀ। ਤੋ ਇਸ ਤਰ੍ਹਾਂ ਉਹਨਾਂ ਨੇ ਇਸ ਜੀਵਨ ਬਤੀਤ ਕਰਦਿਆਂ ਲਗਭਗ 37-38 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਤਕਰੀਬਨ 8 ਕਿਤਾਬਾਂ ਜਿਹੜੀਆਂ ਅਸੀਂ ਦਾਸ ਨੇ ਛਪਾ ਕੇ ਫਰੀ ਵੰਡੀਆਂ ਨੇ। ਹੁਣ ਵੀ ਉਹਨਾਂ ਦੀਆਂ 2 ਕਿਤਾਬਾਂ, ਇੱਕ ਜਿਹੜਾ ਨਿਰਮਲ ਭੂਸ਼ਣ ਉਹਨਾਂ ਨੇ ਲਿਖਿਆ ਉਹ, ਔਰ ਇੱਕ ਉਹਨਾਂ ਦੀਆਂ ਛੋਟੀਆਂ ਬੁੱਕਸ ਹੈਗੀਆਂ ਨੇ ਜਿਹੜੀਆਂ ਪੰਫਲੇਟਾਂ ਦੇ ਰੂਪ ਵਿੱਚ ਮਿਲੀਆਂ ਨੇ, ਉਹ ਦਾਸ ਪ੍ਰਕਾਸ਼ ਕਰਨ ਜਾ ਰਿਹਾ ਔਰ ਛੇਤੀ ਹੀ ਮਾਰਕੀਟ 'ਚ ਆ ਜਾਣਗੇ। ਠੀਕ ਹੈ ਜੀ। ਜਿੱਦਾਂ ਹੁਣ 1872-73 'ਚ ਆਪ ਜੀ ਦੱਸ ਦਿਓ ਵੀ ਇਸ ਸਥਾਨ 'ਤੇ ਪਹਿਲੇ ਮਹਾਂਪੁਰਸ਼ ਆਏ ਜੀ, ਇਹ ਜਿਹੜੀ ਜਗ੍ਹਾ ਜ਼ਮੀਨ ਹੈ ਇਹ ਖਰੀਦੀ ਸੀ ਜਾਂ? ਹਾਂ, ਉਸ ਤੋਂ ਬਾਅਦ ਫਿਰ ਸੰਤ ਬਾਬਾ ਹਮੀਰ ਸਿੰਘ ਜੀ ਦਾ ਸਮਾਂ ਚਲਾ ਗਿਆ ਜੀ। ਫਿਰ ਮਹਾਰਾਜ ਮਹੰਤ ਲਾਲ ਸਿੰਘ ਜੀ ਆਏ ਜਿਹੜੇ ਮੇਰੇ ਵਿਦਿਆ ਗੁਰੂਦੇਵ ਨੇ ਜੀ। ਉਹ ਆਏ ਤਾਂ ਉਹਨਾਂ ਨੇ ਵੀ ਪ੍ਰਵਿਰਤੀ ਨਹੀਂ ਰੱਖੀ, ਬਲਕਿ ਨਿਵਿਰਤੀ 'ਚ ਰਹੇ ਬਹੁਤ ਸਮਾਂ। ਸਾਨੂੰ 1962-63 ਤੱਕ ਕੋਈ ਉਹਨਾਂ ਨੇ ਜ਼ਮੀਨ ਵਗੈਰਾ ਕੁਛ ਨਹੀਂ ਲਿਆ, ਜਦ ਕਿ ਉਹ 32-33 ਵਿੱਚ ਇੱਥੇ ਮੰਤ ਬਣੇ ਸੀ। ਇੱਕ ਦਿਨ ਇੱਕ ਘਟਨਾ ਵਾਪਰੀ ਵੀ ਆਲੇ ਦੁਆਲੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਸੀ ਅਤੇ ਇੱਕ ਅੱਖਾਂ ਤੋਂ ਨਿਦਾਨ ਸੰਤ ਸੀ। ਸਾਰੇ ਲੋਕ ਉਸ ਵੇਲੇ ਖੇਤਾਂ 'ਚ ਬਾਹਰ ਜਾਂਦੇ ਸੀ। ਉਹ ਬਾਹਰ ਗਿਆ, ਜ਼ਿਮੀਂਦਾਰ ਨੇ ਉਹਨੂੰ ਗਾਲਾਂ ਕੱਢੀਆਂ, ਧੱਕੇ ਮਾਰੇ ਔਰ ਉਹਨੂੰ ਖੇਤ 'ਚ ਉਹਨੂੰ ਬਾਹਰ ਬੈਠੇ ਨੂੰ ਉਠਾਲ ਦਿੱਤਾ। ਉਹ ਆਣ ਕੇ ਸੰਤ ਮਹਾਰਾਜ ਕੋਲ ਰੋਣ ਲੱਗਿਆ। ਉਹਨੇ ਕਿਹਾ, ਮਹਾਰਾਜ 2 ਕਨਾਲ ਜ਼ਮੀਨ ਖਰੀਦੋ, ਅਸੀਂ ਆਪਣੀ ਜ਼ਮੀਨ ਵਿੱਚ ਬਾਹਰ ਜਾਵਾਂਗੇ, ਬੈਠਾਂਗੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਉਸ ਤੋਂ ਬਾਅਦ ਫਿਰ ਸੰਤ ਮਹਾਰਾਜ ਨੇ 1962 ਵਿੱਚ ਕੰਸੋਲੀਡੇਸ਼ਨ ਹੋਇਆ ਰਲਣ ਪਿੰਡ ਦਾ, ਤਾਂ ਉਹਦੇ ਵਿੱਚ ਉਹਨਾਂ ਨੇ ਆਪਣੇ ਘਰ ਦੀ ਜ਼ਮੀਨ ਇੱਕ ਘੁਮਾ ਲੈ ਕੇ ਅੱਛੀ ਕੀਮਤ ਦੀ, ਤਾਂ ਉਹਦੀ ਛੋਟੀ ਕੀਮਤਾਂ ਪਾ ਕੇ ਡੇਰੇ ਦੁਆਲੇ ਜਿਹੜੀ ਸੀ ਨਾ ਉਹ ਤਕਰੀਬਨ ਰੇਤਾ ਹੀ ਸੀ, ਕਿਉਂਕਿ ਇੱਥੋਂ ਦੀ ਚੋ ਵਗਦਾ ਸੀ, ਅਤੇ ਉਹ ਉਹਨਾਂ ਨੇ ਖਰੀਦ ਲਈ, ਪਵਾ ਲਈ। ਫਿਰ ਬਾਅਦ ਵਿੱਚ ਹੌਲੀ ਉਹਨਾਂ ਨੇ ਖਰੀਦਿਆ। ਲਗਭਗ 1988 ਤੱਕ ਕੋਈ 22 ਏਕੜ ਜ਼ਮੀਨ ਖਰੀਦੀ। ਅੱਛਾ ਜੀ, 22 ਏਕੜ ਜ਼ਮੀਨ ਖਰੀਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਸੀ ਜ਼ਿਮੀਂਦਾਰਾ ਸ਼ੁਰੂ ਕੀਤਾ। ਨਾਲ ਉਹ ਬੜੇ ਖੁਸ਼ ਹੋ ਕੇ ਕਹਿੰਦੇ ਸੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਕੀਤਾ ਵੀ ਸਿੱਖ 10 ਨੌਆਂ ਦੀ ਕਿਰਤ ਕਰੇ ਔਰ ਫਿਰ ਉਸ ਨੂੰ ਵੰਡ ਛਕੇ ਤਾਂ ਫਿਰ ਉਹ ਨਾਮ ਜਪੇ। ਉਹ ਇਸ ਨਿਯਮ ਦੇ ਬੜੇ ਧਾਰਨੀ ਸਨ। ਉਹਨਾਂ ਨੇ ਸਾਨੂੰ ਵੀ ਪ੍ਰੇਰਿਤ ਕਰਕੇ ਇਹ ਨਿਯਮ ਅਪਣਾਉਣ ਵਾਸਤੇ ਕਿਹਾ। ਜਿਹੜਾ ਹੁਣ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਜਦੋਂ ਪਹਿਲੇ ਮਹਾਂਪੁਰਸ਼ 1872 'ਚ ਆਏ, ਉਹਨਾਂ ਨੇ ਇੱਥੇ ਆ ਕੇ ਜਗ੍ਹਾ ਖਰੀਦੀ ਸੀ ਜਾਂ ਕਿਸ ਤਰ੍ਹਾਂ? ਨਹੀਂ, ਵੈਸੇ ਹੀ ਬੈਠ ਗਏ ਹੋਣ ਕੇ। ਅੱਛਾ ਜੀ। ਇਹ ਅੱਜ ਵੀ ਜਿਹੜਾ ਇਹ ਪਿੰਡ ਹੈ ਜੀ, ਇਹ ਤਕਰੀਬਨ ਬਹੁਤ ਸਾਰਾ ਹਿੱਸਾ ਪਿੰਡ ਦਾ ਕੋਈ 70-72 ਤੋਂ ਜ਼ਿਆਦਾ ਘਰ ਜਿਹੜੇ ਸ਼ਾਮਲਾਟ 'ਚ ਨੇ। ਅੱਛਾ। ਔਰ 1953 ਵਿੱਚ 9 ਕਨਾਲ 10 ਮਰਲੇ ਥਾਂ ਇਹ ਪੰਚਾਇਤ ਨੇ ਰੈਜ਼ੋਲੂਸ਼ਨ ਪਾਸ ਕਰਕੇ ਔਰ ਫਾਈਨਾਂਸ ਕਮਿਸ਼ਨਰ ਚੰਡੀਗੜ੍ਹ ਤੋਂ ਮਨਜ਼ੂਰ ਕਰਾ ਕੇ ਉਹ ਜਿਹੜੀ ਜ਼ਮੀਨ ਸੀ ਧਰਮਸ਼ਾਲਾ ਨੂੰ ਦਿੱਤੀ ਸੀ। ਧਰਮਸ਼ਾਲਾ ਦੀ ਜਗ੍ਹਾ 'ਤੇ? ਹਾਂ, ਧਰਮਸ਼ਾਲਾ ਜੀ। ਔਰ ਇਹ ਜਿਹੜਾ ਡੇਰਾ ਗੁਰੂ ਸਰ ਖੁੱਡਾ ਨਾਮ ਪਿਆ, ਇਹ ਤਕਰੀਬਨ
78 80 ਦੇ ਨੇੜੇ ਤੇੜੇ ਇਹਨੂੰ ਨਾਮ ਜਿਹੜਾ ਡੇਰਾ ਗੁਰੂਸਰ ਖੁੱਡਾ ਲਿਖਣਾ ਸ਼ੁਰੂ ਕੀਤਾ। ਜੀ ਜੀ ਜੀ। ਪਹਿਲਾਂ ਇਹ ਧਰਮਸ਼ਾਲਾ ਜੌੜੀਆਂ ਢਾਬਾ, ਅੱਜ ਵੀ ਜਿੰਨੇ ਪੁਰਾਣੇ ਪਿੰਡ ਦੇ ਲੋਕ ਹੈ ਉਹ ਇਸ ਏਰੀਏ ਨੂੰ ਧਰਮਸ਼ਾਲਾ ਜੌੜੀਆਂ ਢਾਬਾ ਜਾਂ ਢਾਬਾਂ ਵਾਲਾ ਹਾਰ ਹੀ ਕਹਿੰਦੇ ਇਸ ਏਰੀਏ ਖੇਤਾਂ ਨੂੰ। ਤੋ ਮੰਤ ਹਮੀਰ ਸਿੰਘ ਮਹਾਰਾਜ ਨੇ, ਮੰਤ ਹੀਰਾ ਸਿੰਘ ਜੀ ਨੇ ਬਹੁਤ ਥੋੜ੍ਹੇ ਮਤਲਬ ਉਸ ਵੇਲੇ ਦੇ ਸਮੇਂ ਨਾਲ ਦੁਆ ਦਾਰੂ ਸ਼ੁਰੂ ਕੀਤਾ, ਪਠਨ ਪਾਠ। ਪਰ ਸੰਤ ਬਾਬਾ ਹਮੀਰ ਸਿੰਘ ਦੇ ਟਾਈਮ ਵਿੱਚ ਆਯੁਰਵੈਦਿਕ ਪੈਥੀ ਨਾਲ ਬਹੁਤ ਲਾਰੇ ਸਕੇਲ 'ਤੇ ਇਲਾਜ ਕਰਨਾ ਸ਼ੁਰੂ ਕੀਤਾ। ਅੱਜ ਵੀ ਉਹਨਾਂ ਦੀਆਂ ਪੁਰਾਣੀਆਂ ਰਜਿਸਟਰ ਕਾਪੀਆਂ ਮਿਲਦੀਆਂ ਨੇ। ਉਹ ਕਿੱਥੋਂ ਕਪੂਰਥਲਾ, ਨਡਾਲਾ, ਜਲੰਧਰ, ਇੱਧਰ ਪਠਾਨਕੋਟ ਦੂਰ ਤੱਕ ਲੋਕ ਗੱਡਿਆਂ 'ਤੇ ਔਰ ਮੰਜਿਆਂ 'ਤੇ ਚੁੱਕ ਚੁੱਕ ਕੇ ਮਰੀਜ਼ਾਂ ਨੂੰ ਇੱਥੇ ਲਿਆਉਂਦੇ ਸੀ। ਉਸ ਤੋਂ ਬਾਅਦ ਮਹੰਤ ਲਾਲ ਸਿੰਘ ਜੀ ਮਹਾਰਾਜ, ਇਹਨਾਂ ਨੇ ਜਿੱਥੇ ਦੂਸਰੀ ਵਿੱਦਿਆ ਪੜ੍ਹਾਉਂਦੇ ਸੀ, ਅਧਿਆਤਮਕ ਵਿੱਦਿਆ ਗੁਰੂ ਗ੍ਰੰਥ ਸਾਹਿਬ ਦੀ ਪਾਠਨ ਕਰਾਉਂਦੇ ਸੀ ਜੀ, ਇਹਨਾਂ ਨਾਲ ਨਾਲ ਸਾਨੂੰ ਸਕੂਲੀ ਵਿਦਿਆਰਥੀਆਂ ਨੂੰ ਵੀ ਵਿੱਦਿਆ ਦੇਣੀ ਸ਼ੁਰੂ ਕੀਤੀ। ਔਰ ਸੰਤ ਮਹਾਰਾਜ ਲਾਲ ਸਿੰਘ ਜੀ, ਹਾਂਜੀ, ਮੈਂ 1959-60 ਵਿੱਚ ਉਹਨਾਂ ਦੇ ਕੋਲ ਆਇਆ। ਉਸ ਵੇਲੇ ਉਹਨਾਂ ਕੋਲ 15-16 ਵਿਦਿਆਰਥੀ ਜਿਹੜੇ ਸੀ LK ਆਪਣੇ ਪਹਿਲੀ ਜਮਾਤ ਤੋਂ ਲੈ ਕੇ, LK ਤਾਂ ਹੁੰਦੀ ਨਹੀਂ ਸੀ ਉਸ ਵੇਲੇ, ਪਹਿਲੀ ਜਮਾਤ ਦੂਜੀ ਤੋਂ ਲੈ ਕਰਕੇ ਤਾਂ FA ਤੱਕ ਉਸ ਵੇਲੇ ਵਿਦਿਆਰਥੀ ਪੜ੍ਹਦੇ ਸੀ। ਠੀਕ ਹੈ। ਉਹਨਾਂ ਨੇ ਆਯੁਰਵੈਦਿਕ ਪੈਥੀ ਨਾਲ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕੀਤਾ ਔਰ ਕਰਦੇ ਰਹੇ, ਜਿਹੜਾ ਹੁਣ ਵੀ ਮਤਲਬ ਉਹੀ ਪੈਥੀ ਦੇ ਨਾਲ ਬੜਾ ਸਫਲ ਇਲਾਜ ਜਿਹੜਾ ਹੁਣ ਤੱਕ ਚਾਲੂ। ਆਪ ਜੀ ਵੀ ਉਸੇ ਪੈਥੀ ਦੇ ਜੋ ਵੱਡੇ ਮਹਾਂਪੁਰਸ਼ ਕਰਦੇ ਸੀ, ਕਿਉਂਕਿ ਮਹੰਤ ਗਣੇਸ਼ ਸਿੰਘ ਮਹਾਰਾਜ ਨੇ ਆਯੁਰਵੈਦਿਕ ਪੈਥੀ ਵਿੱਚ ਤਕਰੀਬਨ 10 ਗ੍ਰੰਥ ਜਿਹੜੇ ਸੀ, ਜਿਸ ਤਰ੍ਹਾਂ ਮੇਘ ਵਿਨੋਦ, ਵਿਆਧੀ ਵਿਨਾਸ਼ਕ, ਜਤੀ ਨਿਦਾਨ, ਔਰ ਇਹਨਾਂ ਦੇ ਟਰਾਂਸਲੇਸ਼ਨ ਕੀਤੇ, ਬੜੇ ਸੁੰਦਰ ਅਲੱਥੇ ਕੀਤੇ। ਫਿਰ ਬਾਅਦ ਵਿੱਚ ਉਹਨਾਂ ਨੇ ਛੋਟੇ ਛੋਟੇ ਮਨੁੱਖ, ਇਸਤਰੀ ਚਿਕਿਤਸਾ, ਬਾਲ ਚਿਕਿਤਸਾ, ਹਾਂਜੀ, ਔਰ ਔਰਤ ਚਿਕਿਤਸਾ, ਮਨੁੱਖ ਚਿਕਿਤਸਾ, ਇਸ ਤਰ੍ਹਾਂ ਦੇ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਗੁਟਕੇ ਸੀ ਆਮ ਲੋਕਾਂ ਤੱਕ ਪਹੁੰਚ ਕਰਨ ਵਾਲੇ। ਤਕਰੀਬਨ ਕਿੰਨੇ ਕੁ ਉਹਨਾਂ ਨੇ ਪੁਸਤਕਾਂ ਕਿੰਨੀਆਂ ਕੁ ਲਿਖੀਆਂ? ਮੇਰੇ ਹਿਸਾਬ ਨਾਲ ਕੋਈ 37-38 ਪੁਸਤਕਾਂ ਉਹਨਾਂ ਲਿਖੀਆਂ ਤੇ ਉਹਨਾਂ ਦੀ ਲਿਸਟ ਮਿਲਦੀ ਹੈ, ਪਰ ਇਸ ਵੇਲੇ ਸਾਨੂੰ ਕੋਈ 17-18 ਜਿਹੜੀਆਂ ਕਿਤਾਬਾਂ ਮਿਲੀਆਂ ਨੇ ਤੇ ਮੈਂ ਉਹਨਾਂ ਨੂੰ ਛਾਪਣ ਦੀ ਕੋਸ਼ਿਸ਼ ਕੀਤੀ, ਪ੍ਰਕਾਸ਼ਿਤ ਕਰਵਾ ਰਹੇ। ਤੇ ਜਿਹੜਾ ਹੁਣ ਮਾਰਕੀਟ 'ਚ ਉਹਨਾਂ ਦੀਆਂ ਕਿੰਨੀਆਂ ਕੁ ਕਿਤਾਬਾਂ? ਇਹ 8-9 ਕਿਤਾਬਾਂ ਇਸ ਵੇਲੇ ਉਹਨਾਂ ਦੀਆਂ ਮਿਲਦੀਆਂ ਨੇ, ਅਵੇਲੇਬਲ ਨੇ। ਜੀ। ਭਾਈ ਚਤੁਰ ਦਾ ਜੀਵਨ ਛਾਪਦੇ ਰਹੇ। ਅਧਿਆਤਮ ਪ੍ਰਕਾਸ਼ ਵਿੱਚ ਦੁਬਾਰਾ ਜਿਹੜਾ ਕਿ ਸਾਧ ਭਾਸ਼ਾ ਵਿੱਚ ਸੀਗਾ, ਵਿਦਿਆਰਥੀਆਂ ਨੂੰ ਪੜ੍ਹਨ ਵਿੱਚ ਕੁਝ ਦਿੱਕਤ ਆਉਂਦੀ ਸੀ, ਉਹਨੂੰ ਮੈਂ ਸਰਲ ਪੰਜਾਬੀ ਵਿੱਚ ਪ੍ਰਕਾਸ਼ ਕਰਵਾਇਆ। ਠੀਕ ਹੈ। ਔਰ ਲੇਖਕ ਉਹੀ ਨੇ, ਮੈਂ ਸਿਰਫ ਸਰਲ ਪੰਜਾਬੀ ਕਰਕੇ ਪ੍ਰਕਾਸ਼ ਕੀਤਾ। ਠੀਕ ਹੈ। ਤੇ ਇਸ ਜਗ੍ਹਾ ਵਿੱਚ ਇਸ ਵੇਲੇ 35-36 ਏਕੜ ਜ਼ਮੀਨ ਹੈ ਜੀ। 12-14 ਏਕੜ ਜ਼ਮੀਨ ਬਾਅਦ 'ਚ ਮੈਂ ਖਰੀਦੀ ਹੈ। ਅਸੀਂ ਪੂਰਾ ਖੇਤ ਵਿੱਚ ਕੰਮ ਕਰਦੇ ਹਾਂ। ਚਲੋ ਮੇਰੇ ਕੋਲ ਇਸ ਵੇਲੇ ਗਿਣਤੀ ਵਿੱਚ 15 ਵਿਦਿਆਰਥੀ ਜਿਹੜੇ ਆ ਉਹ ਸਵੇਰੇ ਅੰਮ੍ਰਿਤ ਵੇਲੇ ਬਾਣੀ ਦਾ ਸੰਥਾ ਲੈਂਦੇ ਆ, ਔਰ ਮੇਰੇ ਵਿਦਿਆਰਥੀ ਜਿਹੜੇ 60 ਸਾਲ ਤੋਂ ਵੀ ਉੱਤੇ ਆ। ਠੀਕ ਹੈ ਜੀ। ਜਿਹੜੀ ਤੁਸੀਂ ਸੰਥਿਆ ਦਿੰਦੇ ਹੋ, ਪਹਿਲਾ ਅਸੂਲ ਕੀ ਆ? ਚਾਹੇ ਉਹ ਕੋਈ ਪਹਿਲੀ ਵਾਲਾ ਵਿਦਿਆਰਥੀ ਆ, ਚਾਹੇ ਕੋਈ BA ਵਾਲਾ, ਕੋਈ MA ਵਾਲਾ, ਪਹਿਲਾਂ ਤੁਹਾਡਾ ਨਿਯਮ ਕੀ ਹੈ? ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਉਹਨਾਂ ਦੀ ਪੰਜਾਬੀ ਦੇਖਦਾ, ਉਚਾਰਨ ਦੇਖਦਾ, ਉਹਨਾਂ ਦੀ ਪ੍ਰੋਨਾਂਸੀਏਸ਼ਨ ਕਿਵੇਂ ਬੋਲਦੇ ਨੇ। ਫਿਰ ਉਹਨਾਂ ਨੂੰ ਜਪਜੀ ਸਾਹਿਬ ਪੜ੍ਹਾਉਣਾ, ਆਸਾ ਆਸਾ ਪੜ੍ਹਾ ਕੇ 5 ਗ੍ਰੰਥੀ, ਫਿਰ 22 ਵਾਰਾਂ, ਫਿਰ ਭਗਤ ਬਾਣੀ, ਉਸ ਤੋਂ ਬਾਅਦ 2-3 ਪੋਥੀਆਂ ਪੜ੍ਹਾ ਕੇ ਦੈਨ ਫਿਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰਨਾ। ਲਗਭਗ 2 ਸਾਲ ਤੱਕ ਉਹ ਬੱਚੇ ਸੰਤਾ ਕਰਕੇ ਨਿਕਲਦੇ ਨੇ ਇੱਥੋਂ। ਲਗਨ ਹੈ ਬੱਚਿਆਂ 'ਚ ਅੱਗੇ। ਹਾਂਜੀ। ਔਰ ਜਿਹੜੇ ਭਾਖਾ ਦੇ ਪੁਸਤਕ ਹੈਗੇ, ਜਿਵੇਂ ਸਾਰ ਕਿਤਾਬ ਲਈ ਹੈ, ਵਿਚਾਰ ਮਾਲਾ ਆ, ਅਧਿਆਤਮ ਪ੍ਰਕਾਸ਼ ਹੈ, ਭਾਵਰ ਸਮਰਤ ਹੈ, ਬਰਾਗ ਸਤਕ ਹੈ, ਔਰ ਵਿਚਾਰ ਚੰਦਰੋਦੈ, ਔਰ ਨਾਲ ਨਾਲ ਫਿਰ ਵਿਚਾਰ ਸਾਗਰ ਤੱਕ ਜਿਹੜੀ ਮੈਂ ਖੁਦ ਬੱਚਿਆਂ ਨੂੰ ਪੜ੍ਹਾਉਣਾ ਜੀ। ਔਰ ਮੇਰੀ ਕਲਾਸ ਵਿੱਚ 65 ਸਾਲ ਤੋਂ 70 ਸਾਲ ਦੇ ਵੀ ਵਿਦਿਆਰਥੀ ਨੇ। ਜਿਵੇਂ ਇੱਕ ASI ਰਿਟਾਇਰ ਹੈ, ਇੱਕ ਟੀਚਰ ਰਿਟਾਇਰ ਹੈ, ਇੱਕ ਜ਼ਿਮੀਂਦਾਰ ਹੈ, ਇੱਕ ਜ਼ਿਮੀਂਦਾਰ ਦੇ ਪਰਿਵਾਰ 'ਚ ਉਹਨਾਂ ਦੀ ਪਤਨੀ ਹੈ, ਉਹ 62 ਸਾਲ ਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਵੇਲੇ ਪੜ੍ਹ ਰਹੀ। ਇਹ ਵੀ ਵਧੀਆ। ਵੈਸੇ ਕਹਿੰਦੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਨਹੀਂ ਉਮਰ ਨਹੀਂ। ਜਦੋਂ ਵੀ ਤੁਹਾਡੇ ਮਨ 'ਚ ਕੋਈ ਉਤਸ਼ਾਹ ਪੈਦਾ ਹੋਵੇ, ਮੈਂ ਉਸ ਵੇਲੇ ਉਹਨੂੰ ਕਹਿੰਦਾ ਆਓ ਜੀ ਆਇਆਂ ਨੂੰ, ਮੈਂ ਉਹਨੂੰ ਸੰਥਾ ਪੜ੍ਹਾਉਣਾ। ਮੇਰੇ ਕੋਲ 15 ਵਿਦਿਆਰਥੀ ਉਸ ਵੇਲੇ ਸੰਥਾ ਪੜ੍ਹ ਰਹੇ। ਠੀਕ ਹੈ, ਬਹੁਤ। ਔਰ ਮੇਰੇ ਕੋਲ 4-5 ਨਿਹੰਗ ਸਿੰਘ, ਜਿਵੇਂ ਬਾਬੇ ਗੁਰਦੇਵ ਸਿੰਘ ਦਾ ਡਰਾਈਵਰ ਸੀ ਬਾਬਾ ਕਾਲਾ ਸਿੰਘ, ਉਹ ਸੰਥਾ ਕਰਕੇ ਗਿਆ। ਗੁਰਵਿੰਦਰ ਸਿੰਘ ਨੰਗਲੀ ਵਾਲਾ, ਹਾਂਜੀ, ਬਹੁਤ ਅੱਛਾ ਪ੍ਰਚਾਰਕ ਹੈ, ਬੜਾ ਪੜ੍ਹਾ ਵੀ ਰਿਹਾ ਬੱਚਿਆਂ ਨੂੰ, ਮੇਰਾ ਵਿਦਿਆਰਥੀ ਰਿਹਾ ਜੀ। ਔਰ ਇਸ ਤੋਂ ਬਾਅਦ
ਹਰੀਆਂ ਬੇਲਾਂ ਵਿੱਚ 2 ਨਿਸ਼ਾਨ ਸਿੰਘ ਤੇ ਜਸਪਾਲ ਸਿੰਘ ਉਹ ਮੇਰੇ ਵਿਦਿਆਰਥੀ ਰਹੇ। ਨਵੀਆਬਾਦ ਦੇ ਵੀ ਨਿਹੰਗ ਸਿੰਘ ਮੇਰਾ ਵਿਦਿਆਰਥੀ ਰਿਹਾ। ਹਾਂਜੀ ਜੀ। ਤਾਂ ਇਸ ਤਰ੍ਹਾਂ ਸੰਤ ਬਾਬਾ ਤਰਲੋਚਨ ਸਿੰਘ ਜਿਹੜੇ ਰਾਮਸਰ ਸਿੰਘੜੇ ਵਾਲੇ 5.5 ਸਾਲ ਮੇਰੇ ਵਿਦਿਆਰਥੀ ਰਹੇ। ਮਹਿਲ ਕਲਾਂ ਵਾਲੇ ਸੰਤ ਗੁਰਦੀਪ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਉਹ ਮੇਰੇ ਕੋਲ 4.5 ਸਾਲ ਵਿਦਿਆਰਥੀ ਰਹੇ। ਮੈਂ ਵੀ ਤੁਹਾਡਾ ਵਿਦਿਆਰਥੀ ਰਿਹਾ। ਚਲੋ ਤੁਸੀਂ ਵੀ ਰਹੇ। ਸੰਤ ਗੁਰਚਰਨ ਸਿੰਘ ਪੰਡਵੇ ਵਾਲੇ ਮੇਰੇ ਵਿਦਿਆਰਥੀ ਰਹੇ। ਤਾਂ ਇਸ ਤਰ੍ਹਾਂ ਆ ਭਈ ਜਿੰਨੀ ਕੁ ਵਿੱਦਿਆ ਗੁਰੂ ਦੇਵ ਜੀ ਨੇ ਮੈਨੂੰ ਦਿੱਤੀ ਮੈਂ ਕੋਸ਼ਿਸ਼ ਕਰ ਰਿਹਾ ਔਰ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹਨਾਂ ਨੂੰ ਖੁੱਲ੍ਹੇ ਤੌਰ 'ਤੇ ਪੜ੍ਹ ਸਕਾਂ। ਜਿਹੜੇ ਜਿੰਨੇ ਵੀ ਅਸਥਾਨ ਹੈ ਮਹਾਂਪੁਰਖਾਂ ਦੇ ਉਹਨਾਂ ਦੇ ਵਿੱਚ ਅੱਜ ਇਹ ਜਿਹੜੀ ਚੀਜ਼ ਹੈ ਇਹ ਮੇਰੇ ਖਿਆਲ ਨਾਲ ਥੋੜ੍ਹੀ ਕਮੀ ਆ ਰਹੀ ਹੈ, ਘਾਟ ਆ ਰਹੀ ਹੈ। ਕਿਉਂਕਿ ਪਹਿਲੇ ਮਹਾਂਪੁਰਸ਼ ਜਿੰਨੇ ਵੀ ਹੈ ਉਹ ਉਹਨਾਂ ਦੇ ਸਥਾਨ ਦੇ ਉੱਤੇ ਜਿਹੜਾ ਵੀ ਵਿਦਿਆਰਥੀ ਆਉਂਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਸਭ ਤੋਂ ਪਹਿਲਾਂ ਉਹਨੂੰ ਮੁਹਾਰਨੀ ਸਿਖਾਈ ਜਾਂਦੀ ਹੈ, ਪੰਜਾਬੀ ਦਾ ਉਚਾਰਨ। ਪੰਜਾਬੀ ਦੇ ਉਚਾਰਨ ਤੋਂ ਬਾਅਦ ਉਹਨੂੰ ਸੰਥਿਆ ਜਿਹੜੀ ਹੈ ਗੁਰਬਾਣੀ ਦੀ ਉਹ ਦਿੱਤੀ ਜਾਂਦੀ ਹੈ। ਆਹਿਸਤਾ ਆਹਿਸਤਾ ਕਰਕੇ ਅਸੀਂ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਗਏ। ਪਰ ਜਿਹੜੇ ਅਸਥਾਨ ਜਿਹੜੇ ਮਹਾਂਪੁਰਸ਼ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਆ, ਗੁਰਬਾਣੀ ਸਿਖਾਉਂਦੇ ਆ, ਮੈਂ ਸਮਝਦਾ ਵੀ ਉਹ ਧੰਨਤਾ ਦੇ ਯੋਗ ਹੈ। ਅਤੇ ਇਹ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ। ਅਫਸੋਸ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਪਰਿਵਾਰਵਾਦ ਆ ਗਿਆ। ਜੀ। ਜਿਵੇਂ ਮਹੰਤ ਆਪਣੇ ਭਤੀਜੇ ਨੂੰ ਆਪਣੇ ਭਾਣਜੇ ਨੂੰ ਦੋਤੇ ਨੂੰ ਇਸ ਤਰ੍ਹਾਂ ਇਹ ਸ਼ੁਰੂ ਕਰਤਾ। ਔਰ ਉੱਥੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਆਣ ਕੇ ਸਿੱਖਣ ਦੀ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਗੱਦੀ ਮਿਲ ਜਾਂਦੀ ਹੈ, ਗੱਡੀਆਂ ਮਿਲ ਜਾਂਦੀਆਂ, ਸਾਰਾ ਕੀਤਾ ਕਿਰਾਇਆ ਮਿਲ ਜਾਂਦਾ। ਪਰੰਤੂ ਜਿਹੜੀ ਪਰੰਪਰਾ ਨਿਰਮਲ ਮਹਾਂਪੁਰਸ਼ਾਂ ਦੀ ਸੀ ਵੀ ਕਿਵੇਂ ਵਿੱਦਿਆ ਪੜ੍ਹਨੀ ਹੈ, ਕਿਵੇਂ ਗੁਰੂਕੁਲ 'ਚ ਰਹਿ ਕੇ ਸੇਵਾ ਕਰਨੀ ਹੈ ਔਰ 15 ਸਾਲ 20 ਸਾਲ ਉਹ ਮਤਲਬ ਵਿੱਦਿਆ ਪੜ੍ਹਦੇ ਹੀ ਗਿਆਨ ਲੈਂਦੇ ਸੀ। ਦਾਸ ਨੇ ਖੁਦ 29 ਸਾਲ ਗੁਰੂ ਜੀ ਦੇ ਚਰਨਾਂ 'ਚ ਰਹਿ ਕੇ ਮੈਂ ਪੰਚਦਸੀ ਤੱਕ ਇਹ ਸਾਰੇ ਗ੍ਰੰਥ ਪੜ੍ਹੇ ਔਰ ਇੱਕ ਪੰਚਦਸੀ ਜਿਹੜਾ ਗ੍ਰੰਥ ਸੀ ਉਹ ਵਿਦਿਆਰਣ ਮੁਨੀ ਨੇ ਲਿਖਿਆ ਸੀ ਸੰਸਕ੍ਰਿਤ 'ਚ। ਉਹਦਾ ਲੱਥਾ ਇੱਕ ਸੰਤ ਉਦਾਸੀ ਸੰਤ ਨੇ ਇਹ ਕੀਤਾ ਹਿੰਦੀ 'ਚ। ਤਾਂ ਹਿੰਦੀ ਤੋਂ ਬਾਅਦ 'ਚ ਉਹਦਾ ਲੱਥਾ ਪੰਜਾਬੀ ਵਿੱਚ ਬੜੀ ਸਰਲ ਭਾਸ਼ਾ ਦਾਸ ਨੇ ਕੀਤਾ, ਜਿਹੜਾ ਇਸ ਵੇਲੇ 400 ਜੀਵਨ ਸੰਧੀ ਦੁਕਾਨ ਤੋਂ ਅਵੇਲੇਬਲ ਹੈ ਔਰ ਬੜਾ ਸਰਲ ਹੈ ਸਮਝਣ ਵਾਸਤੇ। ਜਿਸ ਤਰ੍ਹਾਂ ਆਪਾਂ ਇਸ ਸਥਾਨ ਦੀ ਗੱਲ ਕਰਦੇ ਸੀ ਵੀ ਜਿੱਦਾਂ ਸ਼੍ਰੀਮਾਨ ਸੰਤ ਬਾਬਾ ਗਣੇਸ਼ਾ ਸਿੰਘ ਜੀ ਉਹਨਾਂ ਤੋਂ ਬਾਅਦ ਫਿਰ ਅੱਗੇ ਕੌਣ? ਮਹੰਤ ਗਣੇਸ਼ਾ ਸਿੰਘ ਮਹਾਰਾਜ ਤਾਂ ਅੰਮ੍ਰਿਤਸਰ ਬਣੇ ਮਹੰਤ ਜੀ। ਇੱਥੇ ਬਾਬਾ ਹੀਰਾ ਸਿੰਘ ਤੋਂ ਬਾਅਦ ਹਮੀਰ ਸਿੰਘ ਜੀ ਬਣੇ ਔਰ ਹਮੀਰ ਸਿੰਘ ਤੋਂ ਬਾਅਦ ਗੁਰੂ ਜੀ ਬਣੇ। ਗੁਰੂ ਜੀ ਤੋਂ ਬਾਅਦ ਹੁਣ ਸਾਨੂੰ 1985 ਵਿੱਚ 82 ਵਿੱਚ ਦਾਸ ਨੂੰ ਵਸੀਅਤ ਕੀਤੀ। 85 ਵਿੱਚ ਮਹਾਰਾਜ ਨੇ ਆਪਣੇ ਜਿਉਂਦੇ ਜੀ ਮੈਨੂੰ ਦਸਤਾਰਬੰਦੀ ਕਰਤੀ। ਮਹਾਰਾਜ ਕਿਹੜੇ ਸੰਨ ਦੇ ਵਿੱਚ ਬਣੇ ਸੀ? ਮਹਾਰਾਜ ਕੋਈ ਸੰਨ 32-33 'ਚ ਬਣੇ। ਅੱਛਾ 32-33 ਤੇ 88 ਵਿੱਚ ਮਹਾਰਾਜ ਨੇ ਸਰੀਰ ਛੱਡਿਆ ਔਰ 85 'ਚ ਮੈਨੂੰ ਉਹਨਾਂ ਨੇ ਪਹਿਲਾਂ ਦਸਤਾਰਬੰਦੀ ਕਰਤੀ। ਆਪ ਜੀ 1985 ਤੋਂ? ਹਾਂ ਚਲੋ ਮਹਾਰਾਜ 88 ਨੂੰ ਗਏ, ਮੈਂ ਤਾਂ ਆਪਣੇ ਆਪ ਨੂੰ 88 ਤੋਂ ਬਾਅਦ ਕਹਿੰਦਾ, ਪਰ 85 'ਚ ਉਹਨਾਂ ਮੈਨੂੰ ਪੱਗ ਦਸਤਾਰਬੰਦੀ ਕਰਤੀ। ਠੀਕ ਹੈ। ਇਸ ਸਥਾਨ 'ਤੇ ਤੁਸੀਂ ਕਿਹੜੇ ਸੰਨ 'ਚ ਆਏ ਸੀ? ਮੈਂ 1959 ਵਿੱਚ ਇੱਥੇ ਆਇਆ। ਅੱਛਾ ਜੀ 59 ਵਿੱਚ ਆਏ। ਲਗਭਗ ਮੈਨੂੰ ਇੱਥੇ 19 ਆਪਣੇ ਕਿਹੜੀ ਕਲਾਸ ਵਿੱਚ ਉਦੋਂ ਪੜ੍ਹਦੇ ਸੀ? ਮੈਂ 6ਵੀਂ ਜਮਾਤ 'ਚ ਇੱਥੇ ਦਾਖਲ ਹੋਇਆ। ਠੀਕ ਹੈ। ਮੇਰਾ 1947 ਦਾ ਜਨਮ ਹੈ। ਰੌਲਿਆਂ ਵੇਲੇ ਦਾ? ਹਾਂਜੀ ਰੌਲੇ ਵੇਲੇ। ਠੀਕ ਹੈ। ਅਸੀਂ ਰੌਲੇ ਪਾ ਕੇ ਜੰਮੇ। ਸਾਡੇ ਜੰਮਦੇ ਰੌਲਾ ਪੈ ਗਿਆ। ਜ਼ਿੰਦਗੀ 'ਚ ਵੀ ਸਾਰਾ ਰੌਲਿਆਂ ਨਾਲ ਜੂਝਿਆ। ਰੌਲਿਆਂ ਨਾਲ ਤੁਹਾਡਾ ਸੰਘਰਸ਼ ਬਹੁਤ, ਜਿਹੜੇ ਆਪ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਉਹ ਇਹ ਵੀ ਆ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰਾ ਸੰਘਰਸ਼ ਜਿਹੜਾ ਰੌਲਿਆਂ ਦੇ। ਔਰ ਦੇਖੋ ਮੈਂ ਇੰਨਾ ਬਿਜ਼ੀ ਹੁੰਦਾ ਹੋਇਆ ਮੈਂ 25-26 ਸਾਲ ਨਿਰਮਲ ਭੇਖ ਦਾ ਸਰਵ ਹਿੰਦ ਨਿਰਮਲ ਮਹਾਂਮੰਡਲ ਦਾ ਮੈਂ ਜਨਰਲ ਸੈਕਟਰੀ ਰਿਹਾ ਔਰ ਮੈਂ ਬਹੁਤ ਸਾਰੇ ਕੰਮ ਕੀਤੇ ਹੈ। ਪਰ ਅੱਜ ਮੈਂ ਦੇਖਦਾ ਜਿਨ੍ਹਾਂ ਦੇ ਨਾਲ ਮੈਂ ਚੰਗਾ ਵਿਹਾਰ ਕੀਤਾ ਉਹਨਾਂ ਨੂੰ ਮਹੰਤ ਬਣਾਉਣ ਵਿੱਚ ਬੜਾ ਆਪਣੇ ਵੱਲੋਂ ਉਦਾਰ ਚਿੱਤ ਹੋ ਕੇ ਕੀਤਾ। ਅੱਜ ਉਹ ਐਂਟੀ ਗਰੁੱਪ ਵਿੱਚ ਖੜੇ ਨੇ ਔਰ ਉਹ ਬੰਗਾਰ ਰਹੇ ਆ ਵੀ ਤੁਸੀਂ ਕੌਣ? ਚਲੋ ਪਰ ਮੈਂ ਸਮਝਦਾ ਵੀ ਗੁਰੂ ਨਾਨਕ ਦੀ ਇੱਕ ਕਿਰਪਾ ਹੀ ਹੈ ਫਿਰ ਸਾਨੂੰ ਹੋਰ ਮਜ਼ਬੂਤ ਹੋਣ ਲਈ ਤਗੜੇ ਕਰਨ ਲਈ ਤੁਸੀਂ ਜੋ ਜਿੰਨੇ ਵੱਡੇ ਤੁਸੀਂ ਕਾਰਜ ਕੀਤੇ ਆ ਜਾਂ ਜਿਹਦੇ ਨਾਲ ਵੀ ਆਪ ਜੀ ਖੜੇ ਹੋ, ਮਨੋਂ ਖੜੇ ਹੋ, ਇਹ ਨਹੀਂ ਕੋਈ ਫਾਰਮੈਲਿਟੀ ਨਹੀਂ। ਮੈਂ ਵੀ ਤਕਰੀਬਨ 1999-90 ਤੋਂ ਆਪ ਜੀ ਦੇ ਨਾਲ ਸੰਪਰਕ ਵਿੱਚ ਹਾਂ ਵੀ ਜਿੱਥੇ ਵੀ ਤੁਸੀਂ ਸਟੈਂਡ ਲੈਂਦੇ ਹੋ ਇਹ ਨਹੀਂ ਵੀ ਪਿੱਛੇ ਹਟ ਜਾਣਾ ਜਾਂ ਕੁਛ ਕਰ ਲੈਣਾ। ਮੈਂ ਚੰਗੀ ਤਰ੍ਹਾਂ ਜਾਣਦਾ ਪਰ ਚਲੋ ਸ਼ਾਇਦ ਉਹਨਾਂ ਦੀ ਸੋਚ ਹੈ, ਉਹਨਾਂ ਦੀ ਸੋਚ ਉਹਨਾਂ ਨੂੰ ਸਲਾਮ ਹੈ। ਪਰ ਜਿੰਨੀ ਵੱਡੀ ਤੁਹਾਡੀ ਦੇਣ ਹੈ
ਸਮਾਜ ਨੂੰ, ਸਿੱਖ ਪੰਥ ਨੂੰ, ਸੰਪਰਦਾਇ ਨੂੰ ਔਰ ਅਸਥਾਨਾਂ ਨੂੰ ਉਹ ਬਹੁਤ ਵੱਡੀ ਹੈ। ਅਤੇ ਜਿੱਦਾਂ ਵੀ ਤੁਸੀਂ ਕਿਸੇ ਨੂੰ ਗਾਈਡ ਕਰਦੇ ਹੋ, ਚਾਹੇ ਉਹ ਵਿੱਦਿਆ ਦੇ ਰੂਪ ਦੇ ਵਿੱਚ ਹੋ, ਚਾਹੇ ਕੋਈ ਸੁਝਾਅ ਦੇ ਰੂਪ 'ਚ, ਅਤੇ ਉਹ ਬਹੁਤ ਵਧੀਆ। ਅਤੇ ਇਸ ਸਥਾਨ 'ਤੇ ਅੱਜ ਸੰਤ ਮਹਾਰਾਜ ਨੇ, ਸ਼੍ਰੀਮਾਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਲਾਲ ਸਿੰਘ ਜੀ ਮਹਾਰਾਜ ਨੇ ਇਸ ਸਥਾਨ 'ਤੇ ਬਹੁਤ ਵਧੀਆ ਅੱਛੇ ਕਾਰਜ ਕੀਤੇ। ਔਰ ਉਹਨਾਂ ਤੋਂ ਬਾਅਦ ਆਪ ਜੀ ਨੇ 1985 ਤੋਂ 1988 ਤੋਂ ਲੈ ਕੇ ਅੱਜ ਤੱਕ ਇਸ ਸਥਾਨ ਨੂੰ ਬਹੁਤ ਚਾਰ ਚੰਨ ਲਾਏ ਆ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਨੂੰ ਕੀਰਤਨ ਸਿਖਾਲਣਾ ਅਤੇ ਗੁਰਬਾਣੀ ਦਾ ਪਾਠ ਸਿਖਾਲਣਾ, ਗੁਰਬਾਣੀ ਦੇ ਨਾਲ ਜੋੜਨਾ। ਅਤੇ ਜਦੋਂ ਅੱਜ ਦੇ ਸਮੇਂ ਦੇ ਵਿੱਚ ਮੈਂ ਵੇਖਦਾ, ਸ਼ਹਿਰ ਜਾਂਦੇ ਹਾਂ, ਬਾਹਰ ਜਾਈਦਾ, ਹਰ ਜਗ੍ਹਾ ਦੇ ਉੱਤੇ ਬੋਰਡ ਲੱਗੇ ਹੁੰਦੇ ਆ ਆਈਲੈਟਸ ਸੈਂਟਰ ਦੇ, ਵੀ ਇੱਥੇ ਆਈਲੈਟਸ ਕਰਾਈ ਜਾਂਦੀ ਹੈ। ਮੈਨੂੰ ਅਫਸੋਸ ਹੁੰਦਾ ਵੀ ਸਾਡੇ ਜਿਹੜੇ ਧਾਰਮਿਕ ਸਥਾਨ ਨੇ, ਵੱਡੇ ਤੋਂ ਵੱਡਾ ਧਾਰਮਿਕ ਸਥਾਨ, ਉੱਥੇ ਕਿਤੇ ਇਹ ਨਹੀਂ ਲਿਖਿਆ ਮਿਲਦਾ ਵੀ ਇੱਥੇ ਗੁਰਮੁਖੀ ਵੀ ਸਿਖਾਈ ਜਾਂਦੀ ਹੈ, ਇੱਥੇ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਅਤੇ ਕਿਉਂਕਿ ਅਸੀਂ ਇਸ ਧਰਤੀ 'ਤੇ ਜੰਮੇ ਹਾਂ, ਸਾਨੂੰ ਇਹਦੇ ਨਾਲ ਬੇਤਹਾਸ਼ਾ ਮੁਹੱਬਤ ਹੈ, ਆਪਣੀ ਭਾਸ਼ਾ ਨਾਲ, ਆਪਣੇ ਪਹਿਰਾਵੇ ਨਾਲ, ਆਪਣੇ ਧਰਮ ਦੇ ਨਾਲ। ਔਰ ਜਿਹੜੇ ਲੋਕ ਇਸ ਵਿਰਾਸਤ ਨੂੰ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਂਦੇ ਆ, ਅੱਗੇ ਤੋਰਦੇ ਆ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਅੱਗੇ ਨਤਮਸਤਕ ਹੁੰਦੇ ਹਾਂ, ਕਿਉਂਕਿ ਸਾਡਾ ਫਰਜ਼ ਹੈ ਸਾਰਿਆਂ ਦਾ, ਕਿਸੇ ਇੱਕ ਦਾ ਨਹੀਂ। ਜਿਵੇਂ ਆਪ ਜੀ ਇੰਨੇ ਮਤਲਬ ਟਾਈਟ ਸ਼ਡਿਊਲ ਦੇ ਵਿੱਚੋਂ ਤੁਸੀਂ ਬੱਚੇ ਵੀ ਪੜ੍ਹਾਉਂਦੇ ਹੋ, ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਹੋ, ਔਰ ਆਯੁਰਵੈਦਿਕ ਜਿਹੜੀਆਂ ਦਵਾਈਆਂ ਉਹਨਾਂ ਦੇ ਨਾਲ ਲੋਕਾਂ ਨੂੰ ਠੀਕ ਵੀ ਕਰਦੇ ਹੋ, ਉਹਦੇ ਨਾਲ ਧਰਮ ਦਾ ਪ੍ਰਚਾਰ ਵੀ ਕਰਦੇ ਹੋ, ਅਤੇ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਸੁਝਾਅ ਦਿੰਦੇ ਹੋ, ਅਤੇ ਬਹੁਤ ਵੱਡੀ ਤੁਹਾਡੀ ਦੇਣ ਆ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਨਾਨਕ ਪਾਤਸ਼ਾਹ ਇਸੇ ਤਰ੍ਹਾਂ ਤੁਸੀਂ ਸੰਗਤਾਂ ਨੂੰ, ਪੰਥ ਨੂੰ, ਔਰ ਜਿੰਨੇ ਵੀ ਸਹਿਯੋਗੀ ਆ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਦੇ ਨਾਲ ਨਿਹਾਲ ਕਰਦੇ ਰਹੋ। ਆਪ ਜੀ ਦਾ, ਇਸ ਸਥਾਨ ਦੇ ਸਾਰੇ ਸੇਵਾਦਾਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।